ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਿਆਲ 1914 ਵਿੱਚ ਪੰਡਿਤ ਮਦਨ ਮੋਹਨ ਮਾਲਵੀਆ ਜੀ ਨੇ, ਜਿਹੜੇ ਉਸ ਵੇਲੇ ਹਿੰਦੂ ਯੂਨੀਵਰਸਿਟੀ ਦੇ ਸਕੱਤਰ ਸਨ, ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਯੂਨੀਵਰਸਿਟੀ ਦੀ ਨੀਂਹ ਰੱਖਣ ਦੇ ਸਮੇਂ ਦਰਸ਼ਨ ਦੇਣ ਦੀ ਅਤੇ 5 ਅਖੰਡ ਪਾਠ ਕਰਨ ਦੀ ਬੇਨਤੀ ਕੀਤੀ, ਜੋ ਸੰਤ ਜੀ ਮਹਾਰਾਜ ਨੇ ਪ੍ਰਵਾਨ ਕਰ ਲਈ। ਮਹਾਰਾਜਾ ਰਿਪੁਦਮਨ ਸਿੰਘ ਮਾਲਵਿੰਦਰ ਬਹਾਦਰ ਨਾਭਾ ਆਪਣੀ ਸਪੈਸ਼ਲ ਟ੍ਰੇਨ ਵਿੱਚ ਸੰਤ ਜੀ ਮਹਾਰਾਜ ਨੂੰ ਨਾਲ ਲੈ ਕੇ ਗਏ। ਉੱਥੇ ਹਿੰਦੂ ਯੂਨੀਵਰਸਿਟੀ ਦੇ ਮੈਦਾਨ ਵਿੱਚ ਬੜੇ ਸੁੰਦਰ ਕੈਂਪ ਲੱਗੇ ਹੋਏ ਸਨ। ਉਹਨਾਂ ਵਿੱਚ ਸੰਤ ਜੀ ਮਹਾਰਾਜ ਦਾ ਡੇਰਾ ਕਰਵਾਇਆ। ਜਿੱਥੇ ਸੰਸਕ੍ਰਿਤ ਕਾਲਜ ਦੀ ਨੀਂਹ ਰੱਖਣੀ ਸੀ, ਉੱਥੇ ਇੱਕ ਸੁੰਦਰ ਪੰਡਾਲ ਤਿਆਰ ਕੀਤਾ ਗਿਆ। ਇਸ ਵਿੱਚ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕੀਤੇ ਗਏ। ਭੋਗ ਦੇ ਸਮੇਂ ਸਾਰੇ ਰਾਜੇ ਮਹਾਰਾਜੇ ਦੀਵਾਨ ਸਥਾਨ ਵਿੱਚ ਸ਼ਰਧਾਪੂਰਵਕ ਇਕੱਤਰ ਹੋਏ ਤੇ ਇਹਨਾਂ ਤੋਂ ਛੁੱਟ ਬੇਅੰਤ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵੈਰਾਗ ਭਰੇ ਸ਼ਲੋਕ ਸਰਵਣ ਕਰ ਰਹੀਆਂ ਸਨ। ਸ਼ਲੋਕਾਂ ਦੇ ਪਾਠ ਦੇ ਮਗਰੋਂ ਹਰੀ ਕੀਰਤਨ ਦੀ ਧੁਨੀ ਉੱਠੀ ਅਤੇ ਸਭ ਦੇ ਹਿਰਦਿਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਬਾਣੀ ਨੇ ਅਚਰਜ ਭਗਤੀ ਭਾਵ ਦਾ ਪ੍ਰਵੇਸ਼ ਕੀਤਾ। ਅਰਦਾਸੇ ਦੇ ਮਗਰੋਂ ਮਹਾਰਾਜਾ ਗੰਗਾ ਸਿੰਘ ਜੀ ਬੀਕਾਨੇਰ ਨੇ ਇੱਕ ਚਾਂਦੀ ਦੀ ਤਗਾਰੀ ਵਿੱਚ ਇਮਾਰਤ ਦਾ ਮਸਾਲਾ ਹਾਜ਼ਰ ਕੀਤਾ ਅਤੇ ਮਹਾਰਾਜਾ ਪ੍ਰਭੂ ਨਾਰਾਇਣ ਦੀ ਕਾਸ਼ੀ ਰਾਜ ਨੇ 11 ਸੋਨੇ ਦੀਆਂ ਇੱਟਾਂ ਪੇਸ਼ ਕੀਤੀਆਂ। ਸੰਤ ਜੀ ਮਹਾਰਾਜ ਨੇ ਸੋਨੇ ਦੀ ਕਰੰਡੀ ਨਾਲ ਸੰਸਕ੍ਰਿਤ ਕਾਲਜ ਦੀ ਬੁਨਿਆਦ ਵਿੱਚ ਚੂਨਾ ਪਾਇਆ ਅਤੇ ਆਪਣੇ ਪਵਿੱਤਰ ਹਸਤ ਕਵਲਾਂ ਨਾਲ 11 ਸੁਨਹਿਰੀ ਇੱਟਾਂ ਨੀਂਹ ਵਿੱਚ ਰੱਖੀਆਂ। ਨੀਂਹ ਰੱਖਣ ਦੇ ਸਮਾਗਮ ਦੇ ਮਗਰੋਂ ਮਹਾਰਾਜਾ ਕਾਸ਼ੀ ਨੇ ਸੰਤ ਜੀ ਮਹਾਰਾਜ ਨੂੰ 1 ਹਫ਼ਤਾ ਰੱਖਿਆ ਅਤੇ ਮਿੰਟ ਹਾਊਸ ਵਿੱਚ ਡੇਰਾ ਕਰਾਇਆ ਅਤੇ ਜਿਸ ਸਮੇਂ ਸੰਤ ਜੀ ਮਹਾਰਾਜ ਰਾਜਧਾਨੀ ਵਿੱਚ ਦਰਸ਼ਨ ਮੇਲੇ ਲਈ ਗਏ, ਤਦ ਮਹਾਰਾਜ ਸਾਹਿਬ ਨੇ ਇਹਨਾਂ ਨੂੰ ਉਸ ਰਾਜ ਸਿੰਘਾਸਨ ਤੇ ਬੜੇ ਸਤਿਕਾਰ ਨਾਲ ਬਿਠਾਇਆ ਜਿਸ ਉੱਪਰ ਉਹ ਆਪ ਕਦੀ ਵੀ ਨਹੀਂ ਸੀ ਬੈਠਦੇ ਅਤੇ ਵਿਸ਼ਵਨਾਥ ਦੀ ਗੱਦੀ ਸਮਝ ਕੇ ਨਮਸਕਾਰ ਕਰਦੇ ਸਨ। ਇਸ ਸਮੇਂ 2 ਵਿਦਿਆਰਥੀ ਨਿਰੰਜਨੀ ਅਖਾੜਾ ਅਸੀਂ ਘਾਟ ਪਦੈਨੀ ਵਿਖੇ ਵਿੱਦਿਆ ਪ੍ਰਾਪਤ ਕਰ ਰਹੇ ਸਨ। ਇਹ ਹਿੰਦੂ ਯੂਨੀਵਰਸਿਟੀ ਦੇ ਸਮਾਗਮ ਵਿੱਚ ਹਾਜ਼ਰ ਹੋਏ ਅਤੇ ਸੰਤ ਜੀ ਮਹਾਰਾਜ ਦੇ ਆਤਮ ਰਸ ਭਰੇ ਦਰਸ਼ਨਾਂ ਨੇ ਇਹਨਾਂ ਦਾ ਮਨ ਮੋਹ ਲਿਆ। ਇਹਨਾਂ ਦੇ ਹਿਰਦੇ ਵਿੱਚ ਇਹ ਉਮੰਗ ਉੱਠੀ ਕਿ ਸੰਤ ਜੀ ਮਹਾਰਾਜ ਨੂੰ ਆਪਣਾ ਰੁੱਖਾ ਮਿੱਸਾ ਭੋਜਨ ਛਕਾਉਣਾ। ਇੱਕ ਦਿਨ ਇਕਾਂਤ ਸਮਾਂ ਦੇਖ ਕੇ ਇਹ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਅਤੇ ਹੱਥ ਜੋੜ ਪ੍ਰਸ਼ਾਦ ਛਕਣ ਦੀ ਬੇਨਤੀ ਕੀਤੀ। ਇਹਨਾਂ ਦਾ ਦਿਲੀ ਪ੍ਰੇਮ ਦੇਖ ਕੇ ਸੰਤ ਜੀ ਮਹਾਰਾਜ ਨੇ ਇਹਨਾਂ ਦੀ ਅਰਜ਼ ਨੂੰ ਮੰਨ ਲਿਆ। ਨਿਯਤ ਦਿਨ ਪ੍ਰੇਮੀ ਸੰਤ ਜੀ ਮਹਾਰਾਜ ਨੂੰ ਆਪਣੇ ਸਥਾਨ ਤੇ ਲੈ ਗਏ। ਜਦ ਪੰਗਤ ਲੱਗੀ ਤਦ ਸੰਤ ਜੀ ਮਹਾਰਾਜ ਨੇ ਪੰਡਤ ਇਲਾਚੀ ਰਾਮ ਅਤੇ ਇਸ ਦੇ ਸਾਥੀ ਨੂੰ ਆਖਿਆ, ਭਾਈ ਤੁਸੀਂ ਸਾਧੂ ਹੋ ਕੇ ਕੇਸ ਕਟਾਉਂਦੇ ਹੋ, ਜਦ ਤੀਕਰ ਤੁਸੀਂ ਇਹ ਕੇਸ ਧਾਰਨ ਕਰਨ ਦਾ ਪ੍ਰਣ ਨਹੀਂ ਕਰਦੇ, ਅਸੀਂ ਤੁਹਾਡਾ ਪ੍ਰਸ਼ਾਦ ਗ੍ਰਹਿਣ ਨਹੀਂ ਕਰਾਂਗੇ। ਇਹ ਗੱਲ ਸੁਣ ਕੇ ਪੰਡਤ ਇਲਾਚੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕੇਸ ਰੱਖਣ ਨਾਲ ਮੇਰੀਆਂ ਅੱਖੀਆਂ ਆ ਜਾਂਦੀਆਂ ਹਨ। ਦੂਜੇ ਸਾਥੀ ਨੇ ਆਖਿਆ, ਮੇਰੀਆਂ ਜਾੜਾਂ ਦੁਖਦੀਆਂ ਹਨ। ਇਹ ਸੁਣ ਸੰਤ ਜੀ ਮਹਾਰਾਜ ਨੇ ਦੋਹਾਂ ਨੂੰ ਆਪਣੇ ਸਾਹਮਣੇ ਬਿਠਾ ਲਿਆ ਅਤੇ ਆਪਣੇ ਪਵਿੱਤਰ ਹੱਥਾਂ ਨਾਲ ਇੱਕ ਦੀਆਂ ਅੱਖਾਂ ਤੇ ਦੂਜੇ ਦੀਆਂ ਜਾੜਾਂ ਤੇ ਛੱਟੇ ਮਾਰੇ ਤੇ ਫਰਮਾਇਆ, ਪ੍ਰੇਮੀਓ, ਅੱਜ ਤੋਂ ਕੇਸ ਰੱਖ ਲਵੋ, ਤੁਹਾਡੀਆਂ ਅੱਖਾਂ ਅਤੇ ਜਾੜਾਂ ਕਦੀ ਨਹੀਂ ਦੁਖਣਗੀਆਂ। ਭਾਗਾਂ ਵਾਲੇ ਸਾਧੂਆਂ ਨੇ ਬਚਨ ਮੰਨ ਲਿਆ ਅਤੇ ਕੇਸ ਧਾਰਨ ਕਰਨ ਦਾ ਪ੍ਰਣ ਲੈ ਲਿਆ। ਇਸ ਵੇਲੇ ਦੋਵੇਂ ਅੰਮ੍ਰਿਤਧਾਰੀ ਸਿੱਖ ਹਨ ਅਤੇ ਇਹਨਾਂ ਦੀਆਂ ਅੱਖੀਆਂ ਅਤੇ ਜਾੜਾਂ ਕਦੇ ਵੀ ਨਹੀਂ ਦੁਖੀਆਂ। ਜੇਠ ਹਾੜ ਦੀ ਰੁੱਤ ਗਿਣਤਿਓਂ ਬਾਹਰ ਦੇਸ਼ ਪ੍ਰਦੇਸ਼ਾਂ ਤੋਂ ਆਈਆਂ ਅਪਾਰ ਸੰਗਤਾਂ ਮਾਈ ਪਾਈ ਮਿਲ ਕੇ ਸ਼੍ਰੀ ਮਸਤੂਆਣੇ ਦਾ ਸਰੋਵਰ ਕਈਆਂ ਗੰਧਾਲੇ, ਫਾਲੀਆਂ, ਖੁਰਪੇ ਅਤੇ ਕਸੌਲੀਆਂ ਨਾਲ ਪੂਰਾ ਜ਼ੋਰ ਲਾ ਕੇ ਖੋਦ ਰਹੀਆਂ ਸਨ ਤੇ ਸਤਨਾਮ ਦੀ ਧੁਨੀ ਸਤਨਾਮ ਸਤਨਾਮ ਪਰਮ ਪ੍ਰੇਮ ਦੇ ਸਰੂਰ ਅੰਦਰ ਸੰਗਤਾਂ ਨੂੰ ਵਜਦ ਵਿੱਚ ਲੈ ਰਹੀਆਂ ਸੀ। ਇੱਕ ਨਹੀਂ ਹਜ਼ਾਰਾਂ ਮਾਈ ਭਾਈ ਮਿੱਟੀ ਖੋਦ ਟੋਕਰੀਆਂ ਭਰੀ ਜਾਂਦੇ ਤੇ ਸਿਰੀ ਉਠਾਈ ਜਾਂਦੇ। ਬਾਹਰ ਸਿੱਟ ਕੇ ਆਈ ਜਾਂਦਿਆਂ ਦਾ ਨਜ਼ਾਰਾ ਵੇਖ ਦਿਲ ਨੂੰ ਇੰਜ ਭਾਸਦਾ ਸੀ ਜਾਣੀ ਮੁੜ ਕੇ ਸੁਦਾ ਸਰੋਵਰ ਸ਼੍ਰੀ ਅੰਮ੍ਰਿਤਸਰ ਜੀ ਦੀ ਕਾਰ ਸੇਵਾ ਸ਼ੁਰੂ ਹੋ ਰਹੀ ਹੈ। ਵੱਡੇ ਤੋਂ ਵੱਡਾ ਅਮੀਰ ਘਰਾਣਾ ਤੇ ਛੋਟਾ ਗਰੀਬ ਸਿੱਖ ਪਰਿਵਾਰ ਆਪਸ ਵਿੱਚ ਮਿਲ ਕੇ ਸੇਵਾ ਕਰ ਰਹੇ ਸਨ। ਇੱਕ ਦਿਨ ਸ਼ੇਰੋਂ ਸ਼ਾਹਪੁਰ, ਮੋਲ, ਚੱਠੇ ਤੇ ਲੌਂਗੋਵਾਲ ਆਦਿਕ ਬਹੁਤ ਸਾਰੇ ਪਿੰਡਾਂ ਦੀਆਂ ਸੰਗਤਾਂ ਸੇਵਾ ਕਰ ਰਹੀਆਂ ਸਨ। ਇਹਨਾਂ ਵਿੱਚ ਮੈਂ ਇਲਾਚੀ ਰਾਮ ਤੇ ਗੋਬਿੰਦ ਕੌਰ ਮੇਰੀ ਪਤਨੀ ਤੇ ਮਾਈ ਹਰਨਾਮ ਕੌਰ ਪਤਨੀ ਦੀ ਮਾਤਾ ਜੀ ਤੇ ਸੂਬੇਦਾਰ ਮੇਜਰ ਹੁਕਮ ਸਿੰਘ ਜੀ ਦਾ ਪਰਿਵਾਰ ਮਿੱਟੀ ਦੀਆਂ ਟੋਕਰੀਆਂ ਢੋਣ ਦੀ ਸੇਵਾ ਕਰ ਰਹੇ ਸੀ। ਸੇਵਾ ਕਰਦਿਆਂ ਸ਼ਾਮ ਦੇ 5 ਵੱਜ ਗਏ ਤੇ ਸਰੀਰ ਵਿੱਚ ਆਲਸ ਤੇ ਥਕਾਵਟ ਮਾਲੂਮ ਹੋਣ ਲੱਗੀ। ਮੇਰੇ ਤੇ ਸੂਬੇਦਾਰ ਮੇਜਰ ਸਿੰਘ ਦੇ ਵਿੱਚ ਜੋ ਵੀ ਗੱਲ ਹੋ ਰਹੀ ਸੀ ਉਹ ਕਿਸੇ ਵੀ ਤੀਸਰੇ ਆਦਮੀ ਨੂੰ ਮਾਲੂਮ ਨਹੀਂ ਸੀ। ਅਸੀਂ ਬੋਲ ਰਹੇ ਸੀ ਕਿ ਜੇ ਅੱਜ ਕਿਤੇ ਗੁੜ ਖਾਣ ਨੂੰ ਮਿਲ ਜਾਵੇ ਤੇ ਸਾਡਾ ਥਕੇਵਾਂ ਲੈ ਜਾਵੇ।
ਦੱਖਣ ਦੇ ਸਰੋਵਰ ਦੇ ਕੰਢੇ ਬ੍ਰਿਸ਼ਾਂ ਦੇ ਹੇਠ ਕੰਬਲ ਦੇ ਆਸਨ ਪਰ ਐਨ ਸੰਗਤਾਂ ਦੇ ਵਿਚਕਾਰ ਸ਼੍ਰੀ 108 ਪਰਮ ਪੁਰਸ਼ੋਤਮ ਪ੍ਰਧਾਨ ਪੁਰਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ ਸਕਾਮ ਤੇ ਨਿਸ਼ਕਾਮ ਮਨੋ ਭਾਵਨਾਵਾਂ ਨੂੰ ਪੂਰੀ ਕਰਦਿਆਂ ਬਿਰਾਜ ਰਹੇ ਸਨ ਤੇ ਖੰਡ ਦੀਆਂ ਮਿਸ਼ਰੀ ਦੇ ਕੁੱਜਿਆਂ ਦੀਆਂ ਤੇ ਫਲ ਫੁੱਲਾਂ ਨਾਲ ਭਰੀਆਂ ਬੇਅੰਤ ਪਰਾਤਾਂ ਪਈਆਂ ਸਨ ਤੇ ਨਿਕਟਵਰਤੀ ਕੋਲ ਬੈਠੇ ਸਨ। ਮੈਂ ਤੇ ਸੂਬੇਦਾਰ ਮੇਜਰ ਨੇ ਪਰਿਵਾਰਾਂ ਸਮੇਤ ਤਾਲ ਵਿੱਚੋਂ ਨਿਕਲ ਕੇ ਆਣ ਚਰਨਾਂ ਤੇ ਮੱਥਾ ਟੇਕਿਆ। ਸਾਨੂੰ ਵੇਂਦਿਆਂ ਹੀ ਮਹਾਰਾਜ ਨੇ ਇੱਕ ਨਿਕਟਵਰਤੀ ਵੱਲ ਡਿੱਠਾ ਤੇ ਉਹ ਚਲਾ ਗਿਆ। ਥੋੜ੍ਹੀ ਦੇਰ ਬਾਅਦ 6 ਭੇਲੀਆਂ ਗੁੜ ਮਹਾਰਾਜ ਜੀ ਦੇ ਅੱਗੇ ਲਿਆ ਕੇ ਰੱਖੀਆਂ। ਮਾਪਿਆਂ ਤੋਂ ਵੱਧ ਪਿਆਰ ਕਰਦਿਆਂ ਇੱਕ ਇੱਕ ਭੇਲੀ ਸਾਡੇ ਅੱਗੇ ਰੱਖ ਕੇ ਸ਼੍ਰੀ ਮੁਖ ਤੋਂ ਬੋਲੇ, ਛਕੋ ਪਿਆਰੀ ਸਾਧ ਸੰਗਤ ਜੀ। ਮੈਂ ਤੇ ਸੂਬੇਦਾਰ ਮੇਜਰ ਇਹ ਕੌਤਕ ਦੇਖ ਕੇ ਵਿਸਮਾਦ ਹੋ ਗਏ। ਵਿਸਮਾਦ ਹੀ ਨਹੀਂ, ਗਦ ਗਦ ਹੋ ਕੇ ਕੰਠ ਰੁਕ ਗਿਆ ਤੇ ਅੱਖੀਆਂ ਵਿੱਚੋਂ ਆਪ ਮੁਹਾਰੇ ਹੰਝੂ ਵਹਿਣ ਲੱਗ ਪਏ ਤੇ ਗੁੜ ਦੀਆਂ ਭੇਲੀਆਂ ਮਹਾਰਾਜ ਵੱਲ ਨੂੰ ਕਰ ਦਿੱਤੀਆਂ। ਮਹਾਰਾਜ ਜੀ ਨੇ ਸਾਡੀ ਵੱਲ ਤੇ ਅਸਾਂ ਫਿਰ ਮਹਾਰਾਜ ਵੱਲ। ਗੱਲ ਕੀ ਇਹੋ ਹਰਕਤ 20-25 ਮਿੰਟ ਹੁੰਦੀ ਦੇਖ ਕੇ ਨਿਕਟਵਰਤੀ ਸਾਨੂੰ ਖੰਡ ਮਿਸ਼ਰੀ ਆਦਿਕ ਦੇਣ ਲੱਗੇ, ਪਰ ਮਹਾਰਾਜ ਜੀ ਨੇ ਹੋੜ ਦਿੱਤਾ ਤੇ ਮੁੜ ਗੁੜ ਦੀਆਂ ਭੇਲੀਆਂ ਦੇਈ ਜਾਣ ਤੇ ਹੱਸ ਆਖੀ ਜਾਣ, ਛਕੋ ਭਾਈ ਗੁੜ ਤੇ ਲਾਹੋ ਥਕੇਵਾਂ। ਅਸੀਂ ਇਸ ਅਚਰਜ ਕੌਤਕ ਨੂੰ ਦੇਖ ਕੇ ਤੇ ਆਪਣੇ ਮੰਦ ਭਾਗਾਂ ਵੱਲ ਤੱਕ ਕੇ ਰੋ ਰਹੇ ਸਾਂ ਕਿ ਅਸੀਂ ਅੱਜ ਗੁੜ ਕਿਉਂ ਮਨੋ ਮਨੀ ਮੰਗਿਆ। ਕਾਸ਼ ਜੇ ਅੱਜ ਮੁਕਤੀ ਮੰਗ ਲੈਂਦੇ ਤਾਂ ਮਿਲਦਿਆਂ ਦੇਰ ਨਹੀਂ ਸੀ ਲੱਗਣੀ। ਅੱਖੀਆਂ 'ਚੋਂ ਹੰਝੂ ਵਰਸਦੇ ਦੇਖ ਪ੍ਰਧਾਨ ਪੁਰਸ਼ ਬੋਲੇ, ਭਾਈ ਮੁਕਤੀ ਵੀ ਹੋ ਜਾਊ, ਪਰ ਪਹਿਲਾਂ ਗੁੜ ਖਾਓ ਤੇ ਥਕੇਵਾਂ ਲਾਹੋ। ਸਾਡੇ ਮਨਾਂ ਉੱਤੇ ਦੂਜੀ ਚੋਟ ਸੀ। ਘਗਿਆ ਕੇ ਚਰਨਾਂ ਤੇ ਡਿੱਗ ਪਏ। 15 ਕੁ ਮਿੰਟ ਬੇਸੁੱਧੀ ਵਿੱਚ ਅਨੰਤ ਕੌਤਕ ਡਿੱਠੇ। ਕੰਡ ਉੱਤੇ ਪਵਿੱਤਰ ਹੱਥ ਦੀ ਛੋਹ ਨਾਲ ਜਾਗਰਤ ਅਵਸਥਾ ਦੀ ਪ੍ਰਾਪਤੀ ਹੋਈ ਤੇ ਹੁਕਮ ਹੋਣ ਪਰ ਗੁੜ ਖਾ ਕੇ ਠੰਡਾ ਜਲ ਪੀਤਾ, ਪਰੰਤੂ ਸਰੀਰ ਦੇ ਅੰਗਾਂ ਵਿੱਚ ਅੱਗੇ ਨਾਲੋਂ ਚੇਤਨਤਾ ਵੱਧ ਮਾਲੂਮ ਹੋ ਰਹੀ ਸੀ। ਚਰਨਾਂ ਪਰ ਨਮਸਕਾਰ ਕਰਕੇ ਸੇਰੋਂ ਵਿੱਚ ਦਰਸ਼ਨ ਦੇਣ ਦੀ ਮੰਗ ਕੀਤੀ, ਸੋ ਪ੍ਰਵਾਨ ਹੋਈ। ਅਸੀਂ ਸੇਰੋਂ ਚਲੇ ਗਏ। ਕੋਈ 2 ਮਹੀਨੇ ਬਾਅਦ ਸੰਤ ਜੀ ਮਹਾਰਾਜ ਜੀ ਸੇਰੋਂ ਪੁੱਜੇ। ਵੱਡੇ ਵੱਡੇ ਦੀਵਾਨ ਪਿੰਡ ਦੇ ਵਿਚਾਲੇ ਰੋਡ ਪਰ ਲੱਗਦੇ ਰਹੇ। ਦਾਸ ਨੂੰ ਅਤੇ ਹੋਰ ਕਈ ਪ੍ਰਾਣੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਤੇ ਮੇਰਾ ਨਾਮ ਇਲਾਇਚੀ ਰਾਮ ਤੋਂ ਲਕਸ਼ਮਣ ਸਿੰਘ ਰੱਖਿਆ ਤੇ 1914 ਵਾਲਾ ਦਿੱਤਾ ਹੋਇਆ ਵਰ ਅੱਖੀਆਂ ਨਹੀਂ ਦੁਖਣਗੀਆਂ, ਕੇਸ ਰੱਖੋ ਅੱਜ ਤੱਕ ਜਿਉਂ ਦਾ ਤਿਉਂ ਪੂਰਾ ਉਤਰ ਰਿਹਾ ਹੈ। ਜਦ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਸ਼ੁਰੂ ਹੋਈ, ਸੰਤ ਜੀ ਮਹਾਰਾਜ ਇਸ ਨੂੰ ਗੁਰੂ ਖਾਲਸੇ ਜੀ ਦੀ ਇੱਕ ਪੰਥਕ ਇਕੱਤਰਤਾ ਸਮਝ ਕੇ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ। ਕਾਨਫਰੰਸ ਦੇ ਧਾਰਮਿਕ ਦੀਵਾਨਾਂ ਦੀ ਸ਼ੋਭਾ ਅਤੇ ਖਿੱਚ ਇਹਨਾਂ ਦੇ ਭਜਨ ਦੇ ਪ੍ਰਾਪਤ ਕਰਕੇ ਹੀ ਸੀ। ਦੂਰ ਦੂਰ ਤੋਂ ਗੁਰਕੀਆਂ ਸੰਗਤਾਂ ਇਹਨਾਂ ਦੇ ਮਨ ਮੋਹਣੇ ਅਤੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਨ ਅਤੇ ਅਮੋਲਕ ਕੀਰਤਨ ਦੇ ਰੰਗ ਵਿੱਚ ਰੰਗੇ ਜਾਣ ਲਈ ਆਉਂਦੀਆਂ। ਡਿੱਗੇ ਅਤੇ ਇੱਕ ਦੋ ਹੋਰ ਕਾਨਫਰੰਸਾਂ ਤੋਂ ਛੁੱਟ ਜਦ ਤੀਕਰ ਸਰੀਰ ਰਿਹਾ, ਸੰਤ ਜੀ ਮਹਾਰਾਜ ਇਸ ਸਮਾਗਮ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ ਅਤੇ ਆਪਣੀ ਪੂਰੀ ਸੱਤਿਆ ਪੰਥਕ ਵਿਦਿਅਕ ਉੱਨਤੀ ਲਈ ਬਖਸ਼ਦੇ ਰਹੇ। ਇਸ ਸੁਭਾਅ ਅਨੁਸਾਰ ਸੰਤ ਜੀ 1914 ਈਸਵੀ ਵਿੱਚ 7ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਸਮੇਂ ਜਲੰਧਰ ਗਏ। ਇੱਥੇ ਦੂਰ ਦੂਰ ਤੋਂ ਸੰਗਤਾਂ ਖਿੱਚੀਆਂ ਆਈਆਂ। ਇਹਨਾਂ ਵਿੱਚ ਬੰਨੂ ਨਿਵਾਸੀ ਮਾਸਟਰ ਸੰਤੋਖ ਸਿੰਘ ਜੀ ਵੈਦ ਵੀ ਸਨ। ਸਮਾਂ ਪਾ ਕੇ ਇਹਨਾਂ ਨੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਗੁਰਮਤ ਨਿਯਮ ਪ੍ਰਕਾਸ਼ਕ ਜਥਾ ਬੰਨੂ ਵੱਲੋਂ ਦੀਵਾਨ ਨਿਯਤ ਕੀਤਾ ਗਿਆ ਹੈ। ਦਾਸ ਇਸ ਜਥੇ ਦਾ ਸਕੱਤਰ ਹੈ ਅਤੇ ਰਾਏ ਸਾਹਿਬ ਚੌਧਰੀ ਕ੍ਰਿਸ਼ਨ ਚੰਦ ਜੀ ਪ੍ਰਧਾਨ ਹਨ। ਸਮੂਹ ਪ੍ਰਬੰਧਕਾਂ ਤੇ ਸਾਧ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਹਜੂਰ ਇਸ ਸਮੇਂ ਜ਼ਰੂਰ ਦਰਸ਼ਨ ਦਿਓ। ਇਸ ਦੇ ਮਗਰੋਂ ਜਦ ਸੰਤ ਜੀ ਮਹਾਰਾਜ ਨੇ ਦੁਸ਼ਹਿਰੇ ਦੀਆਂ ਛੁੱਟੀਆਂ ਵਿੱਚ ਪਿਸ਼ਾਵਰ ਖਾਲਸਾ ਦੀਵਾਨ ਵਿੱਚ ਦਰਸ਼ਨ ਦਿੱਤੇ, ਉੱਥੇ ਵੀ ਮਾਸਟਰ ਸੰਤੋਖ ਸਿੰਘ ਜੀ ਨੇ ਆਪਣੀ ਬੇਨਤੀ ਨੂੰ ਦੁਹਰਾਇਆ ਕਿ ਬੰਨੂ ਵਿਖੇ ਦੀਵਾਲੀ ਦੇ ਸਮੇਂ ਦੀਵਾਨ ਹੈ, ਜ਼ਰੂਰ ਦਰਸ਼ਨ ਦੇਣਾ। ਸੰਤ ਜੀ ਮਹਾਰਾਜ ਨੇ ਫਰਮਾਇਆ, ਅਸਾਂ ਫਰੂਕੇ ਖਾਲਸਾ ਦੀਵਾਨ ਵਿੱਚ ਵਕਤ ਦਿੱਤਾ ਹੋਇਆ ਹੈ। ਉਸ ਦੀਵਾਨ ਅਤੇ ਤੁਹਾਡੇ ਦੀਵਾਨ ਵਿੱਚ ਸਿਰਫ 3 ਦਿਨਾਂ ਦਾ ਹੀ ਫਰਕ ਹੈ। ਤੁਸੀਂ ਫਰੂਕੇ ਆ ਕੇ ਸਾਨੂੰ ਲੈ ਜਾਣਾ। ਹੁਕਮ ਅਨੁਸਾਰ ਵੈਦ ਜੀ ਫਰੂਕੇ ਅੱਪੜੇ ਅਤੇ ਸੰਤ ਜੀ ਮਹਾਰਾਜ ਨੂੰ ਬੰਨੂ ਲੈ ਗਏ। ਜਥੇ ਵਿੱਚ 7 ਸਾਧੂ ਸਨ। ਇੱਥੇ ਸਿਰਫ 4 ਦਿਨ ਰਹੇ। ਜਲੂਸ ਬੜਾ ਸ਼ਾਨਦਾਰ ਨਿਕਲਿਆ ਅਤੇ ਦੀਵਾਨ ਬੜੀ ਕਾਮਯਾਬੀ ਨਾਲ ਹੋਇਆ। ਦੀਵਾਨ ਦੀ ਰੌਣਕ ਵਧਾਉਣ ਲਈ ਭਾਈ ਭਾਗ ਸਿੰਘ, ਹੀਰਾ ਸਿੰਘ ਜੀ ਅਤੇ ਕਾਕਾ ਸੁਮੁੰਦ ਸਿੰਘ ਜੀ ਦੇ ਜਥੇ ਵੀ ਆਏ ਹੋਏ ਸਨ। ਜਲੂਸ ਵਿੱਚ ਸੰਤ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਜੇ ਹੋਏ ਸੀ ਅਤੇ ਇੱਕ ਰਸ ਸਮਾਧੀ ਸਥਿਤ ਸਾਧ ਸੰਗਤ ਨੂੰ ਨਿਹਾਲ ਕਰ ਰਹੇ ਸੀ।
ਇਸ ਦੀਵਾਨ ਵਿੱਚ ਕਿਰਪਾਨ ਦੀ ਆਜ਼ਾਦੀ ਦਾ ਗੁਰਮਤਾ ਪਾਸ ਹੋਇਆ ਅਤੇ ਇਸ ਦੀਆਂ ਨਕਲਾਂ ਅਖਬਾਰਾਂ, ਪੰਥ ਦੇ ਮੁਖੀ ਜਥਿਆਂ ਅਤੇ ਰਾਜ ਪ੍ਰਬੰਧ ਦੇ ਕਰਮਚਾਰੀਆਂ ਵੱਲ ਭੇਜੀਆਂ ਗਈਆਂ। ਬੰਨੂ ਤੋਂ ਰਸਤੇ ਵਿੱਚ ਸੰਗਤਾਂ ਨੂੰ ਉਤਾਰਦਿਆਂ ਹੋਇਆਂ ਸੰਤ ਜੀ ਮਹਾਰਾਜ 8ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਸਮਾਗਮ ਤੇ ਪੁੱਜੇ। ਇਸ ਸਮਾਗਮ ਦੇ ਪ੍ਰਧਾਨ ਕੰਵਰ ਸਿੰਘ ਜੀ ਮਹਾਰਾਜ ਭੁਪਿੰਦਰ ਸਿੰਘ ਜੀ ਦੇ ਛੋਟੇ ਭਾਈ ਨਿਯਤ ਕੀਤੇ ਗਏ ਸਨ। ਪਰ 1914 ਵਿੱਚ ਕੈਲੀਫੋਰਨੀਆ ਅਤੇ ਕੈਨੇਡਾ ਤੋਂ ਆਉਂਦੇ ਹੋਏ ਜਿਹੜੇ ਸਿੱਖ ਵੀਰ ਕਲਕੱਤੇ ਜਹਾਜ਼ ਲੱਗਦਿਆਂ ਹੀ ਫੜੇ ਗਏ ਸਨ, ਉਹਨਾਂ ਸੰਬੰਧੀ ਚੀਫ ਖਾਲਸਾ ਦੀਵਾਨ ਅਤੇ ਪੰਥ ਦੇ ਬਹੁਤ ਸੱਜਣਾਂ ਵਿੱਚ ਬੜਾ ਹੀ ਸਖਤ ਮਤਭੇਦ ਹੋ ਗਿਆ। ਕਾਨਫਰੰਸ ਦੇ ਸਮਾਗਮ ਵਿੱਚ ਲੜਾਈ ਝਗੜੇ ਦਾ ਡਰ ਸੀ ਅਤੇ ਮਤਭੇਦ ਹੋ ਗਿਆ ਅਤੇ ਇਸ ਸਮੇਂ ਦਾ ਨਿਭਾਉਣਾ ਕੋਈ ਮਾਮੂਲੀ ਜਿਹੀ ਗੱਲ ਨਹੀਂ ਸੀ। ਸਮੇਂ ਦਾ ਇਹ ਪ੍ਰਭਾਵ ਦੇਖ ਕੇ ਕੰਵਰ ਸਾਹਿਬ ਨੇ ਐਨ ਮੌਕੇ ਸਿਰ ਆਉਣ ਤੋਂ ਨਾ ਕਰ ਦਿੱਤੀ। ਪ੍ਰਬੰਧਕਾਂ ਤੇ ਅਚਾਨਕ ਹੀ ਭਾਰ ਪੈ ਗਿਆ। ਆਪਣੀ ਸਿਆਣਪ ਅਤੇ ਵਿਚਾਰ ਨਾਲ ਉਹਨਾਂ ਨੇ ਇਹ ਗੁਰਮਤਾ ਕੀਤਾ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਪੰਥ ਦੇ ਸਾਰੇ ਅੰਗਾਂ ਦੀ ਸਾਂਝੀ ਪੂਜ ਹਸਤੀ ਹਨ। ਇਹਨਾਂ ਨਾਲ ਸਿੱਖ ਕੌਮ ਦੇ ਸਾਰੇ ਫਿਰਕੇ, ਜਥੇ, ਪਾਰਟੀਆਂ, ਸੰਪਰਦਾਇ ਪ੍ਰੇਮ ਰੱਖਦੇ ਹਨ। ਸੰਤ ਜੀ ਮਹਾਰਾਜ ਤੋਂ ਛੁੱਟ ਹੋਰ ਕੋਈ ਪ੍ਰੇਮੀ ਇਸ ਸਮੇਂ ਦੇ ਸੰਭਾਲਣ ਦੀ ਸਮਰੱਥਾ ਨਹੀਂ ਰੱਖਦਾ। ਸਰਬਸੰਮਤੀ ਨਾਲ ਸੰਤ ਜੀ ਮਹਾਰਾਜ ਨੂੰ ਇਸ ਸਮਾਗਮ ਦਾ ਪ੍ਰਧਾਨ ਥਾਪਿਆ ਗਿਆ। ਗੁਰਮਤੇ ਦੇ ਸਿਰੇ ਚੜ੍ਹਦਿਆਂ ਹੀ ਜਲੂਸ ਦੀ ਤਿਆਰੀ ਸ਼ੁਰੂ ਹੋ ਗਈ। ਉਧਰ ਰਾਜ ਪ੍ਰਬੰਧਕਾਂ ਨੂੰ ਵੀ ਫਿਕਰ ਸੀ ਕਿ ਕਿਧਰੇ ਅਮਨ ਵਿੱਚ ਗੜਬੜ ਨਾ ਪੈ ਜਾਵੇ। ਜਦ ਜਲੂਸ ਤਿਆਰ ਹੋ ਗਿਆ ਤਦ ਇਸ ਨਾਲ ਬੜਾ ਹੀ ਕਰੜਾ ਫੌਜੀ ਪਹਿਰਾ ਨਿਯਤ ਕੀਤਾ ਗਿਆ। ਸੰਗਤਾਂ ਵਿੱਚ ਉਤਸ਼ਾਹ ਇੰਨਾ ਸੀ ਕਿ ਸ਼ਹਿਰ ਅਤੇ ਨਗਰਾਂ ਦੇ ਬੇਅੰਤ ਮਾਈ ਭਾਈ ਇਕੱਠੇ ਹੋ ਗਏ। ਬਾਜ਼ਾਰਾਂ ਵਿੱਚ ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ। ਭਾਵੇਂ ਪ੍ਰੇਮੀਆਂ ਦੇ ਹਿਰਦਿਆਂ ਵਿੱਚ ਇੱਕ ਦੂਜੇ ਦੇ ਵਿਰੁੱਧ ਕਈ ਤਰ੍ਹਾਂ ਦੀਆਂ ਲਹਿਰਾਂ ਚੱਲ ਰਹੀਆਂ ਸਨ, ਪਰ ਸ਼ਾਂਤੀ ਸਮੁੰਦਰ ਸੰਤ ਜੀ ਮਹਾਰਾਜ ਦੇ ਪ੍ਰਭਾਵ ਅਤੇ ਆਤਮਕ ਸ਼ਕਤੀ ਦੇ ਪ੍ਰਕਾਸ਼ ਨਾਲ ਜਲੂਸ ਦਾ ਸਮਾਂ ਬੜਾ ਸੋਹਣੀ ਤਰ੍ਹਾਂ ਨਿਭ ਗਿਆ। ਦੂਜੇ ਦਿਨ ਅੰਮ੍ਰਿਤ ਵੇਲੇ 3 ਵਜੇ ਧਾਰਮਿਕ ਦੀਵਾਨ ਸ਼ੁਰੂ ਹੋ ਗਿਆ। ਇਸ ਵਿੱਚ ਪਹਿਲਾਂ ਮਾਈ ਭਾਈ ਭਾਗ ਸਿੰਘ ਅਤੇ ਹੀਰਾ ਸਿੰਘ ਜੀ ਨੇ ਕੀਰਤਨ ਸ਼ੁਰੂ ਕੀਤਾ। ਫਿਰ ਸੰਤ ਜੀ ਮਹਾਰਾਜ ਨੇ ਗੁਰਬਾਣੀ ਦੀ ਵਰਖਾ ਸ਼ੁਰੂ ਕਰ ਦਿੱਤੀ। ਸੰਤ ਜੀ ਮਹਾਰਾਜ ਦੀ ਸ਼ੇਰ ਵਰਗੀ ਗਰਜ ਅਤੇ ਗੁਰੂ ਸੰਗਤਾਂ ਦੀ ਪੂਰੇ ਪ੍ਰੇਮ ਅਤੇ ਉਤਸ਼ਾਹ ਭਰੀ ਸਬਰ ਸ਼ਬਦ ਦੀ ਘਨ ਘੋਰ ਮਹਾਂ ਆਕਾਸ਼ ਵਿੱਚ ਭਰਪੂਰ ਹੋ ਗਈ। ਐਨ 10 ਵਜੇ ਕਾਨਫਰੰਸ ਦਾ ਸੈਸ਼ਨ ਸ਼ੁਰੂ ਹੋ ਗਿਆ। ਇਸ ਤੋਂ ਅੱਗੇ ਦਾ ਭਾਗ ਆਪਾਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਆਪਦੇ ਸੁਜੈਸ਼ਨਸ ਵੀ ਪਲੀਜ਼ ਜ਼ਰੂਰ ਕਮੈਂਟ ਕਰ ਦਿਓ। ਧੰਨਵਾਦ।